ਵਿਆਹ ਦੀਆਂ ਲਾਵਾਂ ਹੋਣ ਤੋਂ ਬਾਅਦ ਹੀ ਮੇਰੀ ਵਿਦਾਈ ਹੋ ਗਈ ਤੇ ਬਹੁਤ ਦੂਰ ਦਾ ਸਫ਼ਰ ਕਰਕੇ ਅਸੀਂ ਪਿੰਡ ਪਹੁੰਚ ਗਏ। ਸਸੁਰਾਲ ਪਹੁੰਚਦੇ ਹੀ ਕੁਝ ਰਸਮਾਂ ਕਰਨ ਤੋਂ ਬਾਅਦ ਮੈਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ। ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ ਤੇ ਮੇਰੇ ਮੰਮੀ ਪਾਪਾ ਨੇ ਮੇਰਾ ਵਿਆਹ ਮੇਰੀ ਮਰਜ਼ੀ ਦੇ ਖਿਲਾਫ ਇੱਕ ਕਿਸਾਨ ਨਾਲ ਕਰ ਦਿੱਤਾ ਜਿਸ ਦਾ ਨਾਮ ਕੁਲਜੀਤ ਸੀ। ਮੈਂ ਆਪਣੀ ਕਿਸਮਤ 'ਤੇ ਰੋ ਰਹੀ ਸੀ। ਰੋਣ ਤੋਂ ਬਿਨਾਂ ਹੋਰ ਕੁਝ ਕਰ ਵੀ ਨਹੀਂ ਸਕਦੀ ਸੀ। ਕੁਝ ਦੇਰ ਬਾਅਦ ਮੇਰਾ ਪਤੀ ਅੰਦਰ ਆਇਆ। ਮੈਂ ਹਲਕੀ ਜਿਹੀ ਇੱਕ ਝਲਕ ਉਸ ਵੱਲ ਮਾਰੀ ਤਾਂ ਉਹ ਮੈਨੂੰ ਬਿਲਕੁਲ ਅਨਪੜ੍ਹ ਗਵਾਰ ਲੱਗਿਆ। ਰੰਗ ਥੋੜਾ ਸਾਂਵਲਾ ਸੀ। ਉਹ ਮੇਰੇ ਸਾਹਮਣੇ ਆ ਕੇ ਬੈਠ ਗਿਆ ਤੇ ਮੁਸਕਰਾਉਣ ਲੱਗਿਆ। ਉਸ ਦਾ ਮੈਨੂੰ ਇਸ ਤਰ੍ਹਾਂ ਦੇਖਣਾ ਮੈਨੂੰ ਬਹੁਤ ਬੁਰਾ ਲੱਗਿਆ। ਉਹ ਮੈਨੂੰ ਕਹਿਣ ਲੱਗਾ, ਮੈਂ ਬਹੁਤ ਕਿਸਮਤ ਵਾਲਾ ਹਾਂ ਜੋ ਮੈਨੂੰ ਤੇਰੇ ਵਰਗੀ ਖੂਬਸੂਰਤ ਤੇ ਪੜ੍ਹੀ ਲਿਖੀ ਪਤਨੀ ਮਿਲੀ ਹੈ। ਮੈਂ ਉਸ ਦੀ ਗੱਲ ਦਾ ਤੁਰੰਤ ਜਵਾਬ ਦਿੱਤਾ ਤੇ ਕਿਹਾ, ਮੈਂ ਬਹੁਤ ਬਦਕਿਸਮਤ ਹਾਂ ਜੋ ਮੈਨੂੰ ਤੇਰੇ ਵਰਗਾ ਪਤੀ ਮਿਲਿਆ। ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਉਸਨੂੰ ਸ਼ਾਇਦ ਮੈਥੋਂ ਅਜਿਹੀ ਕਿਸੇ ਗੱਲ ਦੀ ਉਮੀਦ ਨਹੀਂ ਸੀ, ਪਰ ਮੇਰਾ ਦਿਮਾਗ ਬਹੁਤ ਖਰਾਬ ਹੋਇਆ ਪਿਆ ਸੀ। ਮੇਰੇ ਮਾਤਾ ਪਿਤਾ ਨੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਮੇਰਾ ਵਿਆਹ ਪਿੰਡ ਵਿੱਚ ਕਰ ਦਿੱਤਾ। ਮੇਰੇ ਮਨਾ ਕਰਨ 'ਤੇ ਵੀ ਉਹਨਾਂ ਕਿਹਾ ਕਿ ਮੁੰਡਾ ਬਹੁਤ ਚੰਗਾ ਹੈ, ਖੁਦ ਦੀ ਜ਼ਮੀਨ 'ਤੇ ਖੇਤੀ ਕਰਦਾ ਹੈ, ਚੰਗਾ ਖਾਨਦਾਨ ਹੈ, ਕਮਾਉਂਦਾ ਵੀ ਵਧੀਆ ਹੈ, ਤੂੰ ਬਹੁਤ ਖੁਸ਼ ਰਵੇਂਗੀ। ਪਰ ਕੀ ਖੁਸ਼ੀ ਬਸ ਚੰਗੀ ਕਮਾਈ ਤੇ ਚੰਗੇ ਖਾਨਦਾਨ ਤੱਕ ਹੀ ਸੀਮਿਤ ਸੀ? ਮੇਰੀ ਖੁਸ਼ੀ ਕੋਈ ਮਾਇਨੇ ਨਹੀਂ ਰੱਖਦੀ ਸੀ। ਮੇਰੇ ਅੰਦਰ ਬਹੁਤ ਜਲਨ ਸੀ। ਮੇਰੇ ਸ਼ਬਦ ਮੇਰੇ ਵੱਸ ਵਿੱਚ ਨਹੀਂ ਸਨ। ਮਨ ਕਰ ਰਿਹਾ ਸੀ ਕਿ ਸਾਰੀ ਭੜਾਸ ਉਸ 'ਤੇ ਕੱਢ ਦੇਵਾਂ। ਉਹ ਬੋਲਿਆ, ਨੇਹਾ ਤੂੰ ਠੀਕ ਤਾਂ ਹੈ? ਇਹ ਕੀ ਬੋਲ ਰਹੀ ਹੈ? ਮੈਂ ਕਿਹਾ ਕਿ ਮੈਂ ਸਹੀ ਬੋਲ ਰਹੀ ਹਾਂ। ਤੇਰਾ ਮੇਰਾ ਕੋਈ ਮੇਲ ਨਹੀਂ ਹੈ। ਮੇਰੇ ਮੰਮੀ ਪਾਪਾ ਨੇ ਪਤਾ ਨਹੀਂ ਤੇਰੇ ਵਿੱਚ ਕੀ ਦੇਖਿਆ ਜੋ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ। ਇਹ ਸਭ ਬੋਲ ਕੇ ਮੈਂ ਰੋਣ ਲੱਗੀ। ਉਹ ਚੁੱਪ ਹੋ ਕੇ ਬੈਠ ਗਿਆ ਤੇ ਬਹੁਤ ਮਾਯੂਸ ਵੀ ਹੋ ਗਿਆ। ਮੈਂ ਰੋਂਦੇ ਹੋਏ ਕਿਹਾ, ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ, ਮੈਂ ਤੇਰੇ ਨਾਲ ਬਿਲਕੁਲ ਨਹੀਂ ਰਹਿ ਸਕਦੀ। ਮੇਰੀ ਇਹ ਗੱਲ ਸੁਣ ਕੇ ਉਹ ਹੱਕਾ ਬੱਕਾ ਰਹਿ ਗਿਆ। ਉਸਨੇ ਕਿਹਾ, ਨੇਹਾ ਤੂੰ ਹੋਸ਼ ਵਿੱਚ ਹੈ? ਇਹ ਕੀ ਬੋਲ ਰਹੀ ਹੈ? ਮੈਂ ਕਿਹਾ, ਜਿਸ ਨੂੰ ਮੈਂ ਪਿਆਰ ਕਰਦੀ ਹਾਂ ਉਹ ਤੇਰੇ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਤੇ ਸਮਾਰਟ ਹੈ। ਉਸਦੀਆਂ ਅੱਖਾਂ ਭਰ ਆਈਆਂ। ਉਹ ਬਾਹਰ ਚਲਿਆ ਗਿਆ। ਪਰ ਇਹ ਸੱਚ ਸੀ ਕਿ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ। ਉਹ ਮੇਰੇ ਨਾਲ ਹੀ ਪੜ੍ਹਦਾ ਸੀ। ਮੈਂ ਹੁਣ ਵੀ ਆਪਣੀ ਕਿਸਮਤ 'ਤੇ ਰੋ ਰਹੀ ਸੀ। ਕੁਝ ਦੇਰ ਬਾਅਦ ਕੁਲਜੀਤ ਕਮਰੇ ਵਿੱਚ ਵਾਪਸ ਆਇਆ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਹ ਸ਼ਾਇਦ ਬਹੁਤ ਰੋ ਕੇ ਆਇਆ ਸੀ। ਉਹ ਆਪਣਾ ਬਿਸਤਰਾ ਚੱਕ ਕੇ ਜ਼ਮੀਨ 'ਤੇ ਸੌਂ ਗਿਆ। ਮੈਂ ਵੀ ਕੱਪੜੇ ਬਦਲੇ ਤੇ ਬੈੱਡ 'ਤੇ ਸੌਂ ਗਈ। ਬਹੁਤ ਦਿਨਾਂ ਤੱਕ ਅਜਿਹਾ ਹੀ ਚੱਲਦਾ ਰਿਹਾ। ਨਾ ਮੈਂ ਉਸ ਨਾਲ ਕੋਈ ਗੱਲ ਕੀਤੀ, ਨਾ ਹੀ ਉਸਨੇ ਮੇਰੇ ਨਾਲ। ਉਹ ਸਵੇਰ ਹੁੰਦੇ ਹੀ ਖੇਤਾਂ ਵਿੱਚ ਚਲਿਆ ਜਾਂਦਾ। ਥੱਕ ਹਾਰ ਕੇ ਜਦੋਂ ਘਰ ਆਉਂਦਾ ਤਾਂ ਉਸਦੇ ਮਿੱਟੀ ਨਾਲ ਭਰੇ ਕੱਪੜੇ ਤੇ ਪਸੀਨੇ ਨਾਲ ਪੂਰਾ ਸਰੀਰ ਭਿੱਜਿਆ ਰਹਿੰਦਾ ਸੀ, ਜਿਸ ਨੂੰ ਦੇਖ ਕੇ ਮੈਨੂੰ ਘਿਣ ਆਉਂਦੀ ਸੀ। ਮੈਂ ਬੜੇ ਗੁੱਸੇ ਵਿੱਚ ਉਸ ਵੱਲ ਦੇਖਦੀ ਤੇ ਉਹ ਮੂੰਹ ਫੇਰ ਲੈਂਦੀ। ਮੈਨੂੰ ਦੇਖ ਕੇ ਉਹ ਕਮਰੇ 'ਚੋਂ ਬਾਹਰ ਚਲਿਆ ਜਾਂਦਾ, ਨਹਾ ਧੋ ਕੇ ਵਾਪਸ ਆਉਂਦਾ। ਮੇਰੀ ਮਜਬੂਰੀ ਇਹ ਸੀ ਕਿ ਮੈਨੂੰ ਸਭ ਦੇ ਨਾਲ ਬੈਠ ਕੇ ਖਾਣਾ ਖਾਣਾ ਪੈਂਦਾ ਸੀ। ਮੇਰੇ ਸਸੁਰਾਲ ਵਿੱਚ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ, ਜੋ ਮੈਂ ਬਿਲਕੁਲ ਨਹੀਂ ਕਰ ਸਕਦੀ ਸੀ। ਕੁਝ ਦਿਨਾਂ ਤੱਕ ਤਾਂ ਮੈਂ ਅੱਧਾ ਖਾਣਾ ਖਾ ਕੇ ਉੱਠ ਜਾਂਦੀ। ਸ਼ਾਇਦ ਇਹ ਗੱਲ ਕੁਲਜੀਤ ਨੂੰ ਸਮਝ ਆ ਗਈ ਸੀ ਕਿ ਮੈਂ ਉਸ ਨਾਲ ਬੈਠ ਕੇ ਖਾਣਾ ਨਹੀਂ ਖਾ ਪਾਉਂਦੀ ਸੀ। ਇਸ ਲਈ ਹੁਣ ਉਹ ਖੁਦ ਅੱਧਾ ਖਾਣਾ ਖਾ ਕੇ ਉੱਠ ਜਾਂਦਾ ਤੇ ਮੈਂ ਪੇਟ ਭਰ ਖਾਣਾ ਖਾਂਦੀ। ਮੈਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ ਸੀ ਕਿ ਉਹ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਕਰਦਾ ਸੀ ਤੇ ਉਸਨੂੰ ਭਰ ਪੇਟ ਖਾਣਾ ਨਹੀਂ ਮਿਲ ਰਿਹਾ ਸੀ। ਮੈਂ ਤਾਂ ਬਸ ਆਪਣੀਆਂ ਅਧੂਰੀਆਂ ਖੁਆਇਸ਼ਾਂ ਬਾਰੇ ਸੋਚਦੀ ਰਹਿੰਦੀ ਤੇ ਆਪਣੇ ਪਿਆਰ ਰੋਹਿਤ ਬਾਰੇ ਸੋਚਦੀ ਰਹਿੰਦੀ। ਮੇਰੇ ਕੋਲ ਫ਼ੋਨ ਨਹੀਂ ਸੀ। ਮੇਰੀ ਮੰਮੀ ਨੇ ਮੇਰਾ ਫ਼ੋਨ ਆਪਣੇ ਕੋਲ ਹੀ ਰੱਖ ਲਿਆ ਸੀ। ਜਦੋਂ ਮੈਥੋਂ ਰਿਹਾ ਨਾ ਗਿਆ ਤਾਂ ਮੈਂ ਸਾਰੀ ਸ਼ਰਮ ਲਿਹਾਜ਼ ਛੱਡ ਕੇ ਕੁਲਜੀਤ ਤੋਂ ਫ਼ੋਨ ਮੰਗਿਆ ਤੇ ਕਿਹਾ, ਮੈਂ ਰੋਹਿਤ ਨਾਲ ਗੱਲ ਕਰਨੀ ਹੈ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਿਆ। ਮੈਂ ਉਸਦੇ ਹੱਥਾਂ ਵਿੱਚੋਂ ਫ਼ੋਨ ਖੋਹ ਲਿਆ ਤੇ ਰੋਹਿਤ ਨੂੰ ਫ਼ੋਨ ਕਰਕੇ ਗੱਲ ਕਰਨ ਲੱਗੀ। ਕੁਲਜੀਤ ਰੋਜ਼ ਦੀ ਤਰ੍ਹਾਂ ਜ਼ਮੀਨ 'ਤੇ ਸੌਂ ਗਿਆ। ਰੋਹਿਤ ਅਜੇ ਵੀ ਮੈਨੂੰ ਅਪਣਾਉਣ ਲਈ ਤਿਆਰ ਸੀ। ਇੱਕ ਦਿਨ ਗੁੱਸੇ ਵਿੱਚ ਮੈਂ ਕੁਲਜੀਤ ਨੂੰ ਕਹਿ ਦਿੱਤਾ ਕਿ ਤੂੰ ਮੈਨੂੰ ਛੱਡ ਕਿਉਂ ਨਹੀਂ ਦਿੰਦਾ? ਮੰਮੀ ਪਾਪਾ ਦੀ ਵਜ੍ਹਾ ਨਾਲ ਮੈਂ ਖੁਦ ਵੀ ਕੁਝ ਨਹੀਂ ਕਰ ਸਕਦੀ। ਕੁਲਜੀਤ ਬੋਲਿਆ, ਜੇ ਮੈਂ ਤੈਨੂੰ ਛੱਡ ਵੀ ਦੇਵਾਂ ਤਾਂ ਤੇਰੇ ਉੱਪਰ ਕੋਈ ਇਲਜ਼ਾਮ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਤੇਰੇ ਮੰਮੀ ਪਾਪਾ ਦੀ ਇੱਜ਼ਤ ਮੇਰੀ ਇੱਜ਼ਤ ਵੀ ਹੈ। ਜੇ ਉਹ ਮੁੰਡਾ ਤੈਨੂੰ ਇੱਜ਼ਤ ਨਾਲ ਅਪਣਾਉਣ ਨੂੰ ਤਿਆਰ ਹੈ ਤਾਂ ਮੈਂ ਖੁਦ ਤੈਨੂੰ ਉਸਦੇ ਕੋਲ ਲੈ ਜਾਵਾਂਗਾ। ਉਸ ਨਾਲ ਗੱਲ ਕਰਕੇ ਸਾਰਾ ਇਲਜ਼ਾਮ ਆਪਣੇ ਆਪ 'ਤੇ ਲੈ ਲਵਾਂਗਾ। ਤੈਨੂੰ ਘਰ ਛੱਡ ਦੇਵਾਂਗਾ ਤੇ ਤਲਾਕ ਦੇ ਪੇਪਰ ਵੀ ਭਿਜਵਾ ਦੇਵਾਂਗਾ। ਤੂੰ ਖੁਸ਼ੀ ਨਾਲ ਵਿਆਹ ਕਰਵਾ ਲਵੀਂ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ। ਮੈਂ ਸਾਰੀ ਗੱਲ ਰੋਹਿਤ ਨੂੰ ਦੱਸੀ ਤਾਂ ਉਹ ਵੀ ਬਹੁਤ ਖੁਸ਼ ਹੋਇਆ। 2-3 ਦਿਨ ਬਾਅਦ ਮੈਂ ਕੁਲਜੀਤ ਨਾਲ ਰੋਹਿਤ ਦੇ ਘਰ ਪਹੁੰਚ ਗਈ ਤੇ ਕੁਲਜੀਤ ਨੂੰ ਕਿਹਾ ਕਿ ਤੂੰ ਹੁਣ ਜਾ ਤੇ ਤਲਾਕ ਦੇ ਪੇਪਰ ਭਿਜਵਾ ਦੇਵੀਂ। ਮੇਰਾ ਤੇਰਾ ਹੁਣ ਕੋਈ ਰਿਸ਼ਤਾ ਨਹੀਂ।
ਕੁਲਜੀਤ ਉੱਥੋਂ ਚਲਿਆ ਗਿਆ। ਘਰ ਵਿੱਚ ਰੋਹਿਤ ਦੇ ਇਲਾਵਾ ਹੋਰ ਕੋਈ ਨਹੀਂ ਸੀ। ਜਦੋਂ ਕਿ ਉਸਨੇ ਤਾਂ ਕਿਹਾ ਸੀ ਕਿ ਉਸਨੇ ਆਪਣੇ ਘਰਦਿਆਂ ਨੂੰ ਸਭ ਦੱਸ ਦਿੱਤਾ ਹੈ। ਮੈਂ ਪੁੱਛਿਆ ਕਿ ਤੇਰੇ ਘਰ ਵਾਲੇ ਕਿੱਥੇ ਹਨ, ਤਾਂ ਉਸਨੇ ਕਿਹਾ ਕਿ ਕਮਰੇ ਵਿੱਚ ਚੱਲ ਬੈਠ ਕੇ ਗੱਲ ਕਰਦੇ ਹਾਂ। ਅਸੀਂ ਦੋਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਸਨੇ ਸਾਡੀ ਦੋਨਾਂ ਦੀ ਫੋਟੋ ਲਈ ਅਤੇ ਕਿਸੇ ਨੂੰ ਭੇਜ ਦਿੱਤੀ ਤੇ ਆਪ ਬਾਥਰੂਮ ਵਿੱਚ ਚਲਿਆ ਗਿਆ। ਥੋੜ੍ਹੀ ਦੇਰ ਬਾਅਦ ਉਸਦੇ ਨੰਬਰ ਉੱਤੇ ਮੈਸੇਜ ਆਇਆ, ਕੁੜੀ ਤਾਂ ਲਾਜਵਾਬ ਹੈ ਪਰ ਇਸ ਦੀ ਕੀਮਤ 3 ਲੱਖ ਰੁਪਏ ਦੇਵਾਂਗਾ। ਜਦੋਂ ਮੈਂ ਉਸਦੇ ਫ਼ੋਨ 'ਤੇ ਮੈਸੇਜ ਪੜ੍ਹਿਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਇਸ ਤੋਂ ਪਹਿਲਾਂ ਕਿ ਕੋਈ ਅਨਰਥ ਹੁੰਦਾ ਮੈਂ ਉੱਥੋਂ ਭੱਜ ਆਈ। ਰੋਂਦੇ ਰੋਂਦੇ ਸਸੁਰਾਲ ਪਹੁੰਚੀ। ਮੈਨੂੰ ਦੇਖ ਕੇ ਕੁਲਜੀਤ ਬੋਲਿਆ, ਤੈਨੂੰ ਕਿਹਾ ਤਾਂ ਸੀ ਕਿ ਮੈਂ ਤਲਾਕ ਦੇ ਪੇਪਰ ਭਿਜਵਾ ਦੇਵਾਂਗਾ, ਹੁਣ ਇੱਥੇ ਕੀ ਲੈਣ ਆਈ ਹੈ। ਮੈਂ ਉਸਨੂੰ ਸਾਰੀ ਗੱਲ ਦੱਸੀ। ਉਸਦੇ ਸਾਹਮਣੇ ਮੈਂ ਖੁਦ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੀ ਸੀ। ਥੋੜ੍ਹੀ ਦੇਰ ਬਾਅਦ ਰਾਤ ਹੋ ਗਈ ਤੇ ਉਹ ਹਮੇਸ਼ਾ ਦੀ ਤਰ੍ਹਾਂ ਥੱਲੇ ਸੌਂ ਗਿਆ, ਪਰ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਸਾਰੀ ਰਾਤ ਰੋਂਦੀ ਰਹੀ। ਕੁਲਜੀਤ ਨਾਲ ਮੈਂ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਸੀ, ਮੈਨੂੰ ਖੁਦ ਨਾਲ ਨਫ਼ਰਤ ਹੋ ਗਈ। ਸਵੇਰੇ ਉੱਠ ਕੇ ਦੇਖਿਆ ਤਾਂ ਕੁਲਜੀਤ ਕਮਰੇ ਵਿੱਚ ਨਹੀਂ ਸੀ। ਮੈਂ ਰਾਤ ਨੂੰ ਹੀ ਮਨ ਬਣਾ ਲਿਆ ਸੀ ਕਿ ਕੁਲਜੀਤ ਤੋਂ ਮਾफ़ੀ ਮੰਗ ਕੇ ਉਸ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੀ। ਮੈਨੂੰ ਸਮਝ ਆ ਗਈ ਸੀ ਕਿ ਉਸ ਜਿੰਨਾ ਪਿਆਰ ਮੈਨੂੰ ਕੋਈ ਨਹੀਂ ਕਰ ਸਕਦਾ। ਕੁਲਜੀਤ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਮੈਂ ਉਸ ਤੋਂ ਮਾफ़ੀ ਮੰਗੀ। ਮੈਂ ਬਹੁਤ ਰੋਈ ਪਰ ਉਹ ਕੁਝ ਨਾ ਬੋਲਿਆ। ਕੁਝ ਪੇਪਰ ਮੈਨੂੰ ਦਿੱਤੇ ਤੇ ਕਿਹਾ ਕਿ ਇਸ 'ਤੇ ਸਾਈਨ ਕਰ ਦੇਵੀਂ। ਮੈਂ ਉਸਨੂੰ ਕਿਹਾ ਕਿ ਮੈਨੂੰ ਤਲਾਕ ਨਹੀਂ ਚਾਹੀਦਾ, ਮੈਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ, ਪਰ ਉਹ ਬਿਨਾਂ ਕੁਝ ਬੋਲੇ ਹੀ ਉੱਥੋਂ ਚਲਿਆ ਗਿਆ। ਮੈਂ ਰੋਂਦੀ ਰਹੀ ਤੇ ਸੋਚਿਆ ਕਿ ਰਾਤ ਨੂੰ ਫਿਰ ਤੋਂ ਮਾफ़ੀ ਮੰਗ ਲਵਾਂਗੀ। ਜਦੋਂ ਰਾਤ ਨੂੰ ਕੁਲਜੀਤ ਫਿਰ ਥੱਲੇ ਸੌਣ ਲੱਗਿਆ ਤਾਂ ਮੈਂ ਉਸਨੂੰ ਕਿਹਾ ਕਿ ਉਹ ਬੈੱਡ 'ਤੇ ਸੌਂ ਜਾਵੇ। ਮੈਂ ਉਸਦੇ ਪੈਰਾਂ 'ਤੇ ਡਿੱਗ ਕੇ ਰੋਣ ਲੱਗੀ ਕਿ ਮੈਨੂੰ ਤਲਾਕ ਨਹੀਂ ਚਾਹੀਦਾ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਮੈਨੂੰ ਜੋ ਚਾਹੇ ਸਜ਼ਾ ਦੇ ਦਿਓ। ਕੁਲਜੀਤ ਨੇ ਕਿਹਾ, ਜੇ ਪੇਪਰ ਪੜ੍ਹ ਲੈਂਦੀ ਤਾਂ ਅਜਿਹਾ ਨਾ ਹੁੰਦਾ। ਮੈਂ ਬੈੱਡ 'ਤੇ ਪੇਪਰ ਚੱਕ ਕੇ ਪੜ੍ਹੇ, ਜਿਨ੍ਹਾਂ ਵਿੱਚ ਲਿਖਿਆ ਸੀ ਕਿ ਕੁਲਜੀਤ ਨੇ ਆਪਣੇ ਹਿੱਸੇ ਦੀ ਜ਼ਮੀਨ ਮੇਰੇ ਨਾਮ ਕਰ ਦਿੱਤੀ ਹੈ। ਇਹ ਪੜ੍ਹ ਕੇ ਮੈਨੂੰ ਝਟਕਾ ਲੱਗਾ ਕਿ ਕੋਈ ਇੰਨਾ ਚੰਗਾ ਕਿਵੇਂ ਹੋ ਸਕਦਾ ਹੈ। ਮੈਂ ਉਸਨੂੰ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਹੈ, ਤਾਂ ਉਸਨੇ ਕਿਹਾ, ਮੈਂ ਕੱਲ੍ਹ ਸ਼ਹਿਰ ਜਾ ਰਿਹਾ ਹਾਂ, ਕੁਝ ਕੰਮ ਹੈ, ਆ ਕੇ ਸਭ ਦੱਸ ਦੇਵਾਂਗਾ। 1 ਹਫ਼ਤਾ ਹੋ ਗਿਆ ਸੀ। ਮੈਂ ਬੜੀ ਬੇਸਬਰੀ ਨਾਲ ਕੁਲਜੀਤ ਦਾ ਇੰਤਜ਼ਾਰ ਕਰ ਰਹੀ ਸੀ, ਪਰ ਉਹ ਨਹੀਂ ਆਇਆ। ਉਸ ਦਾ ਮ੍ਰਿਤਕ ਸਰੀਰ ਹੀ ਘਰ ਆਇਆ। ਘਰ ਵਿੱਚ ਮਾਤਮ ਛਾ ਗਿਆ। ਮੈਂ ਤਾਂ ਇਹ ਸਭ ਦੇਖ ਕੇ ਬੇਸੁੱਧ ਹੋ ਗਈ। ਉਸ ਦੇ ਦੋਸਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਪਤਾ ਚੱਲਿਆ ਕਿ ਉਹ ਕੋਈ ਗੰਭੀਰ ਬਿਮਾਰੀ ਨਾਲ ਗ੍ਰਸਤ ਹੈ। ਕੋਈ ਗੱਲ ਸੀ ਜੋ ਉਸ ਨੂੰ ਅੰਦਰ ਹੀ ਅੰਦਰ ਖਾ ਰਹੀ ਸੀ। ਮੈਨੂੰ ਲੱਗਿਆ ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ। ਜਦੋਂ ਘਰ ਦਾ ਮਾਹੌਲ ਸ਼ਾਂਤ ਹੋਇਆ ਤਾਂ ਮੇਰੀ ਸੱਸ ਨੇ ਮੈਨੂੰ ਇੱਕ ਚਿੱਠੀ ਦਿੱਤੀ ਤੇ ਕਿਹਾ ਕਿ ਕੁਲਜੀਤ ਨੇ ਆਪਣੇ ਦੋਸਤ ਨੂੰ ਫੜਾਈ ਸੀ ਤੈਨੂੰ ਦੇਣ ਲਈ। ਮੈਂ ਕਿਹਾ ਕੁਲਜੀਤ ਤਾਂ ਅਨਪੜ੍ਹ ਸੀ। ਫਿਰ ਉਸਨੇ ਦੱਸਿਆ, ਚਿੱਠੀ ਕਿਵੇਂ ਲਿਖੀ। ਮੇਰੀ ਸੱਸ ਨੇ ਮੈਨੂੰ ਦੱਸਿਆ ਕਿ ਕੁਲਜੀਤ ਬਹੁਤ ਪੜ੍ਹਿਆ ਲਿਖਿਆ ਸੀ, ਤੈਨੂੰ ਕਦੇ ਦੱਸਿਆ ਨਹੀਂ ਉਸਨੇ। ਮੈਂ ਕਦੇ ਉਸ ਬਾਰੇ ਕੁਝ ਵੀ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ। ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ ਤੇ ਚਿੱਠੀ ਪੜ੍ਹਨ ਲੱਗੀ। ਲਿਖਿਆ ਹੋਇਆ ਸੀ, ਨੇਹਾ, ਤੈਨੂੰ ਜਦੋਂ ਮੈਂ ਦੁਲਹਨ ਬਣੀ ਦੇਖਿਆ ਸੀ ਤਾਂ ਮੈਨੂੰ ਤੂੰ ਬਹੁਤ ਸੋਹਣੀ ਲੱਗੀ ਤੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ। ਤੇ ਹਾਂ, ਮੈਂ ਇੱਕ ਪੜ੍ਹਿਆ ਲਿਖਿਆ ਮੁੰਡਾ ਸੀ ਤੇ ਚਾਹੁੰਦਾ ਤਾਂ ਇੱਕ ਚੰਗੀ ਨੌਕਰੀ ਕਰ ਸਕਦਾ ਸੀ, ਪਰ ਮੈਂ ਆਪਣੇ ਪਾਪਾ ਨਾਲ ਕੀਤਾ ਵਾਅਦਾ ਪੂਰਾ ਕਰ ਰਿਹਾ ਸੀ। ਉਹਨਾਂ ਨੇ ਆਪਣੇ ਆਖਰੀ ਸਮੇਂ ਵਿੱਚ ਮੈਥੋਂ ਵਾਅਦਾ ਲਿਆ ਸੀ ਕਿ ਤੂੰ ਇਸ ਜ਼ਮੀਨ ਨੂੰ ਕਦੇ ਵੀ ਬੰਜਰ ਨਾ ਹੋਣ ਦੇਵੀਂ, ਇਸ ਲਈ ਮੈਂ ਖੇਤੀ ਕਰਦਾ ਸੀ। ਜਦੋਂ ਤੂੰ ਮੈਨੂੰ ਕਿਹਾ ਕਿ ਤੂੰ ਕਿਸੇ ਨੂੰ ਹੋਰ ਪਿਆਰ ਕਰਦੀ ਹੈ ਤਾਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਤੇ ਦਿਮਾਗੀ ਟੈਨਸ਼ਨ ਕਰਕੇ ਮੈਨੂੰ ਇਹ ਬਿਮਾਰੀ ਹੋ ਗਈ। ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਆਪਣੇ ਹਿੱਸੇ ਦੀ ਜ਼ਮੀਨ ਤੇਰੇ ਨਾਮ ਕਰ ਦਿੱਤੀ ਤਾਂ ਕਿ ਮੇਰੇ ਤੋਂ ਬਾਅਦ ਤੈਨੂੰ ਕੋਈ ਤਕਲੀਫ ਨਾ ਹੋਵੇ। ਤੇ ਹਾਂ, ਹੁਣ ਤੂੰ ਆਜ਼ਾਦ ਹੈ, ਜਿਸ ਨਾਲ ਚਾਹੇ ਵਿਆਹ ਕਰ ਲਵੀਂ। ਇਹ ਸਭ ਪੜ੍ਹ ਕੇ ਮੈਂ ਬਹੁਤ ਰੋਈ। ਮੈਂ ਆਪਣੇ ਪਤੀ ਨੂੰ ਹਮੇਸ਼ਾ ਲਈ ਖੋ ਦਿੱਤਾ ਸੀ, ਪਰ ਅੱਜ ਵੀ ਮੈਂ ਉਸਦੀ ਵਿਧਵਾ ਬਣ ਕੇ ਰਹਿ ਰਹੀ ਹਾਂ। ਇੰਨੇ ਸੱਚੇ ਸੁੱਚੇ ਬੰਦੇ ਨੂੰ ਇੰਨੀ ਤਕਲੀਫ ਦੇਣ ਦੀ ਅਜਿਹੀ ਸਜ਼ਾ ਹੀ ਹੋ ਸਕਦੀ ਹੈ। ਜਿਹੜੀ ਜ਼ਿੰਦਗੀ ਬਹੁਤ ਸੋਹਣੀ ਹੋ ਸਕਦੀ ਸੀ, ਮੈਂ ਆਪਣੇ ਹੱਥੀਂ ਉਹ ਉਜਾੜ ਲਈ ਸੀ। ਅੱਜ ਦਿਲ 'ਚ ਹੌਲ ਜਿਹਾ ਉੱਠਦਾ ਹੈ ਕਿ ਕਾਸ਼ ਕਿਤੇ ਰੱਬ ਥੱਲੇ ਆ ਕੇ ਇਹ ਪੁੱਛ ਲਵੇ ਕਿ ਤੈਨੂੰ ਕੀ ਚਾਹੀਦਾ ਹੈ
ਤਾਂ ਮੈਂ ਕੁਲਜੀਤ ਨੂੰ ਰੱਬ ਤੋਂ ਵਾਪਸ ਮੰਗ ਲਵਾਂ।